ਸਤਿ ਸ਼੍ਰੀ ਅਕਾਲ ਜੀ। ਵਿਸ਼ੇਸ਼ ਮੁਲਾਕਾਤ ਤੁਹਾਡਾ ਸਵਾਗਤ ਹੈ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਸੇ ਵਧੀਆ ਸ਼ਖਸੀਅਤ ਨਾਲ ਗੱਲਬਾਤ ਕਰਾਈਏ, ਚਾਹੇ ਉਹ ਸਿਆਸਤਦਾਨ ਹੋਣ, ਚਾਹੇ ਉਹ ਵਾਲੰਟੀਅਰਸ ਹੋਣ, ਕਮਿਊਨਿਟੀ ਵਰਕਰਸ ਹੋਣ, ਚਾਹੇ ਕਲਾਕਾਰ ਹੋਣ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੋਂ ਦੇ ਜਿਹੜੇ CEO ਨੇ ਸਰਦਾਰ ਬਲਦੇਵ ਸਿੰਘ ਮੋਟਾ ਜੀ, ਉਹ ਸਾਡੇ ਨਾਲ ਨੇ। ਮੋਟਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਪਹਿਲੀ ਗੱਲ ਤਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਹੈ ਆਪਣੇ ਬੜੇ ਬਿਜ਼ੀ ਸਕੈਡਿਊਲ। ਸੋ ਵੀ ਆਰ ਟ੍ਰਾਈਂਗ ਟੂ ਡੂ ਦਿਸ ਥਿੰਗ ਫॉर ਅ ਵਾਈਲ, ਬਟ ਐਨੀਹਾਊ ਆਈ ਗੈਸ ਯੂ ਆਰ ਵੈਰੀ ਬਿਜ਼ੀ ਐਂਡ ਆਪਣੀ ਕੁਦਰਤੀ ਟਾਈਮਿੰਗ ਨਹੀਂ ਸੈੱਟ ਆ ਸਕੀ। ਐਨੀਹਾਊ ਥੈਂਕ ਯੂ ਵੈਰੀ ਮਚ। ਮੈਂ ਪਹਿਲਾਂ ਜਾਣਨਾ ਚਾਹੁੰਦਾ ਕਿ ਜਿਹੜੀ ਤੁਹਾਡੀ ਇਹ ਸਰਵਿਸ ਹੈਗੀ ਆ, ਤੁਸੀਂ ਇਹ ਕਿੰਨੀ ਕੁ ਦੇਰ ਦੇ ਇਹ ਸਰਵਿਸ ਪ੍ਰੋਵਾਈਡ ਕਰ ਰਹੇ ਹੋ, ਇਹਦੀ ਹਿਸਟਰੀ ਕੀ ਹੈਗੀ ਹੈ, ਤੇ ਤੁਸੀਂ ਕੀ ਸਰਵਿਸਿਜ਼ ਦਿੰਦੇ ਹੋ? ਜੀ, ਸੰਖੇਪ ਦੇ ਵਿੱਚ ਜਿਹੜੀਆਂ ਇਹ ਸੰਸਥਾ ਜੁਲਾਈ 5, 1990 'ਚ ਬਣੀ ਸੀ ਜੀ, ਤੇ ਤਕਰੀਬਨ ਆਪਾਂ ਨੂੰ 30-31 ਸਾਲ ਹੋ ਗਏ ਇਸ ਸੰਸਥਾ ਨੂੰ ਜਾਣੀ ਹੋਂਦ 'ਚ ਲਿਆਂਦੇ। ਇਹ ਜਿਹੜੀ ਸੰਸਥਾ ਹੈਗੀ ਆ, ਇਹ ਪ੍ਰਾਇਮਰੀਲੀ ਆਪਣੇ ਕੋਲੇ 4 ਆਫਿਸ ਆ ਪੀਲ ਰੀਜਨ ਦੇ ਵਿੱਚ। ਇੱਕ ਆਫਿਸ ਆਪਣਾ ਸਕਾਰਬਰੋ ਆ, ਇੱਕ ਆਫਿਸ ਆਪਣਾ ਹਾਲਟਨ ਰੀਜਨ 'ਚ ਆ, ਤੇ ਕੁਛ ਇਹਦੀਆਂ ਜਿਹੜੀਆਂ ਬ੍ਰਾਂਚਿਸ ਹੈਗੀਆਂ ਉਹ ਵਿੰਡਸਰ, ਹੈਮਿਲਟਨ, ਆਟਵਾ ਵੀ ਹੈਗੀਆਂ, ਤੇ ਕੁਛ ਜਿਹੜੀਆਂ ਸਾਡੀਆਂ ਬ੍ਰਾਂਚਿਸ ਹੈਗੀਆਂ ਜਿਵੇਂ PCHS ਕੈਲਗਰੀ ਆ, PCHS ਐਡਮਿੰਟਨ, PCHS ਸਰੀ, PCHS ਮੌਂਟਰੀਅਲ, ਇਸ ਤਰ੍ਹਾਂ ਦੀਆਂ ਵੀ ਹੈਗੀਆਂ। ਤੇ ਕੁਛ ਸਾਡੀਆਂ ਬ੍ਰਾਂਚਿਸ ਹੈਗੀਆਂ ਜਿਵੇਂ PCHS ਮੈਲਬਰਨ ਆਸਟ੍ਰੇਲੀਆ 'ਚ ਤੇ PCHS ਪੰਜਾਬ। ਸੋ ਰਲ ਮਿਲ ਕਰਕੇ ਵੀ 30 ਕੁ ਸਾਲਾਂ ਦੇ ਵਿੱਚ ਆਪਾਂ ਇੰਨਾ ਕੁ ਯੋਗਦਾਨ ਕਮਿਊਨਿਟੀ 'ਚ ਪਾ ਸਕੇ ਹਾਂ, ਤਾਂ ਕਿ ਜਿਹੜੀਆਂ ਸਾਊਥ ਏਸ਼ੀਅਨ ਭਾਈਚਾਰਾ ਉਹਨਾਂ ਨੂੰ ਜਿਹੜੀਆਂ ਸਿਹਤ ਨਾਲ ਸੰਬੰਧਿਤ ਮੁਸ਼ਕਲਾਂ, ਚਾਹੇ ਉਹ ਨਸ਼ੇ ਸੰਬੰਧਿਤ ਹੋਣ, ਚਾਹੇ ਉਹ ਮਾਨਸਿਕ ਰੋਗ ਦੇ ਸੰਬੰਧਿਤ ਹੋਣ, ਚਾਹੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਹੋਣ, ਚਾਹੇ ਪਰਿਵਾਰਕ ਮਸਲੇ ਹੋਣ ਜਿਵੇਂ ਹਸਬੈਂਡ ਵਾਈਫ ਦਾ ਆਪਸੀ ਮਤਭੇਦ, ਜਾਂ ਬੱਚੇ ਜਦੋਂ ਟੀਨੇਜਰ ਬਣ ਜਾਂਦੇ ਆ ਕਈ ਵਾਰੀ ਮਾਪਿਆਂ ਦੀ ਗੱਲ ਨਹੀਂ ਸੁਣਦੇ, ਤੇ ਚਾਹੇ ਨਵੇਂ ਪ੍ਰਵਾਸੀ ਜਿਹੜੇ ਇੰਡੀਆ, ਪਾਕਿਸਤਾਨ, ਸ੍ਰੀਲੰਕਾ ਵਗੈਰਾ ਤੋਂ ਆਉਂਦੇ ਆ ਤੇ ਉਹਨਾਂ ਨੂੰ ਹੈਲਪ ਚਾਹੀਦੀ ਆ ਕੈਨੇਡਾ 'ਚ ਜੌਬ ਲੈਣ ਦੀ, ਜਾਂ ਵੈਸੇ ਉਹਨਾਂ ਨੂੰ ਹੋਰ ਕੁਝ ਜਿਹੜੀਆਂ ਸੇਵਾਵਾਂ, ਰਲ ਮਿਲਾ ਕੇ ਅਸੀਂ ਇਹ ਤਕਰੀਬਨ ਸੰਸਥਾ ਜਿਹੜੀ ਆ ਉਹ ਇਹ ਹੈਲਪ ਕਰਦੀ ਆ। ਬਟਾ ਜੀ, ਤੁਸੀਂ ਅੱਜ ਕੱਲ੍ਹ ਕੋਵਿਡ ਚੱਲ ਰਿਹਾ, ਸਾਰੇ ਲੋਕੀ ਆਪੋ ਆਪਣੇ ਘਰੇ ਬੈਠੇ ਆ, ਸਰਕਾਰ ਕਹਿ ਰਹੀ ਹੈ ਕਿਤੇ ਬਾਹਰ ਨਹੀਂ ਨਿਕਲਣਾ, ਹੁਣ ਥੋੜ੍ਹੀਆਂ ਰਿਸਟ੍ਰਿਕਸ਼ਨ ਤੇ ਲਾਉਣ ਲੱਗੀ ਹੋਈ ਹੈ, ਤਾਂ ਨੈਚੁਰਲੀ ਆ ਕਿ ਲੋਕੀ ਘਰਾਂ 'ਚ ਬੈਠੇ ਆ। ਇੱਕ ਤਾਂ ਫਰੈਂਕਲੀ ਹਾਲਾਤ ਐਸੇ ਨੇ ਕਿ ਕੋਈ ਵੀ ਇੰਨੀ ਦੇਰ ਤੱਕ ਇਕੱਠਾ ਰਹਿਣਾ ਨਹੀਂ ਗਿੱਜਿਆ ਹੋਇਆ ਆਪਣੀ ਸੋਸਾਇਟੀ ਦਾ, ਐਂਡ ਮਸਟ ਪੀਪਲ ਆਰ ਹੈਵਿੰਗ ਪ੍ਰੋਬਲਮਸ। ਨੈਚੁਰਲੀ ਆ ਕਿ ਤੁਸੀਂ ਇੱਕ ਦੂਜੇ ਦੀਆਂ ਅੱਖਾਂ 'ਚ ਹਮੇਸ਼ਾ ਵੱਜਦੇ ਫਿਰਦੇ ਹੋ, ਤੇ ਉਹਦੇ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ, ਤੁਹਾਨੂੰ ਜ਼ਰੂਰ ਇਸ ਬਾਰੇ ਕੋਈ ਕਾਲਸ ਆਉਂਦੀਆਂ ਹੋਣਗੀਆਂ। ਜੀ, ਸਾਡਾ ਜਿਹੜਾ ਪ੍ਰੋਗਰਾਮ ਮੈਂਟਲ ਹੈਲਥ ਪ੍ਰੋਗਰਾਮ, ਜਿਹੜਾ ਮਾਨਸਿਕ ਸਿਹਤ ਨਾਲ ਪ੍ਰੋਗਰਾਮ ਹੈਗਾ, ਉਹਦੇ 'ਚ 150 ਗੁਣਾ ਜ਼ਿਆਦਾ ਕਾਲਸ ਆਉਂਦੀਆਂ ਸਾਨੂੰ। ਅੱਛਾ। ਐਵਰੀ ਡੇ ਸਾਨੂੰ ਤਕਰੀਬਨ 70 ਕਾਲਸ ਆਉਂਦੀਆਂ ਐਵਰੀ ਡੇ, ਜਿਹਦੀਆਂ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਜਦੋਂ ਐਨਾਲਿਸਿਸ ਕਰਦੇ ਹਾਂ ਉਹ ਮਾਨਸਿਕ ਪਰੇਸ਼ਾਨੀ ਨਾਲ ਸੰਬੰਧਿਤ ਆ, ਜਾਂ ਉਹ ਸਟ੍ਰੈਸ ਨਾਲ ਸੰਬੰਧਿਤ ਆ, ਜਾਂ ਡਿਪਰੈਸ਼ਨ ਨਾਲ ਸੰਬੰਧਿਤ ਆ, ਜਾਂ ਕਿਸੇ ਕਈ ਕਿਸਮ ਦੀਆਂ ਮੁਸ਼ਕਲਾਂ ਦੇ ਨਾਲ ਕਰਕੇ ਤੇ ਮਾਨਸਿਕ ਪਰੇਸ਼ਾਨੀਆਂ, ਇਹ ਸਾਰੇ ਨਾਲੋਂ ਨੰਬਰ 1 ਆ। ਜਿਹੜੀਆਂ ਦੂਸਰੀਆਂ ਕਾਲਸ ਸਾਨੂੰ ਆਉਂਦੀਆਂ ਉਹ ਹੈਗੀਆਂ ਜਿਹੜੇ ਟੀਨੇਜਰ ਬੱਚੇ ਆ, ਉਹ ਮਾਪਿਆਂ ਦੀ ਗੱਲ ਨਹੀਂ ਸੁਣਦੇ। ਮਾਪੇ ਕਹਿੰਦੇ ਆ ਵੀ ਤੁਸੀਂ ਬਾਹਰ ਨਾ ਜਾਓ, ਟੀਨੇਜਰ ਕਹਿੰਦੇ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ, ਮੈਂ ਤਾਂ ਇੱਥੇ ਹੀ ਚੱਲਿਆ, ਬਸ ਆਹ ਲਾਗੇ ਜੇ ਤਾਂ ਹੈਗਾ ਮੈਂ। ਤੇ ਉਹ ਜਿਹੜੇ ਟੀਨੇਜਰਸ ਆ ਤੇ ਬੱਚਿਆਂ ਨੂੰ, ਹੁਣ ਇਹ ਟੀਨੇਜਰ ਨੂੰ ਕੰਟਰੋਲ ਕਰਨਾ ਵੀ ਕਿਹੜਾ ਸੌਖਾ। ਹੁਣ ਛੋਟੇ ਬੱਚੇ ਨੂੰ ਤਾਂ ਆਪਾਂ ਦਬਕ ਕੇ ਬਿਠਾ ਲੈਂਦੇ ਆ ਵੀ ਕੋਈ ਨਹੀਂ ਤੂੰ ਚੱਲ ਇਹਦੇ ਨਾਲ ਖੇਡ ਲਾ, ਤੇ ਉਹ ਮੰਨ ਉਹ ਵੀ ਔਖੇ ਆ। ਹਾਂਜੀ, ਪਰ ਜਿਹੜੇ ਟੀਨੇਜਰ ਆ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ। ਤਾਂ ਉਹਨਾਂ ਦੀਆਂ ਕਾਫੀ ਪ੍ਰੋਬਲਮਸ, ਪੇਰੈਂਟਸ ਦੇ ਫੋਨ ਆਉਂਦੇ ਆ ਵੀ ਅਸੀਂ ਇਹਨਾਂ ਦਾ ਕੀ ਇਲਾਜ ਕਰੀਏ। ਤੇ ਜਾਂ ਇੱਕ ਹੋਰ ਨਵੀਂ ਪ੍ਰੋਬਲਮ ਸ਼ੁਰੂ ਹੋ ਗਈ ਕਿ ਬੱਚੇ ਗਿੱਝ ਗਏ ਟੀਵੀ ਤੇ ਇੰਟਰਨੈਟ ਤੇ, ਸਾਰਾ ਕੰਮ ਵੀ ਉਹਨਾਂ ਦਾ ਕੰਪਿਊਟਰ ਤੇ ਆ, ਫਿਰ ਉਸ ਤੋਂ ਬਾਅਦ ਦੋਸਤਾਂ ਨਾਲ ਵੀ ਇੰਟਰਨੈਟ ਤੇ ਮਿਲਣਾ, ਫਿਰ ਰਹਿੰਦੇ ਖੁੰਦੇ ਫਿਰ ਟੀਵੀ ਦੇਖ ਲੈਂਦੇ ਆ, ਰਹਿੰਦੇ ਖੁੰਦੇ ਫਿਰ ਉਹ ਸੋਸ਼ਲ ਮੀਡੀਆ ਤੇ ਆ, ਤੇ ਉਹ ਪੇਰੈਂਟਸ ਵੀ ਪਰੇਸ਼ਾਨ ਆ ਵੀ ਇਹ ਕਿਤੇ ਮਤਲਬ ਕਿ ਅਡਿਕਟਡ ਹੀ ਨਾ ਹੋ ਜਾਣ ਸਕਰੀਨ ਦੇ ਨਾਲ, ਔਰ ਜਿਹੜਾ ਕਿ ਚਾਂਸਸ ਹੈਗੇ ਆ ਵੀ ਉਹ ਅਡਿਕਟਡ ਹੋ ਜਾਣਗੇ, ਰਾਈਟ, ਕਿਉਂਕਿ ਉਹ ਵਿਚਾਰੇ 24 ਘੰਟੇ ਤਾਂ ਉਹਦੇ ਤੇ ਲੱਗੇ ਰਹਿੰਦੇ ਆ।
That's right. ਸੋ ਇਹ ਜਿਹੜੀਆਂ ਮੁਸ਼ਕਲਾਂ ਆ ਰਹੀਆਂ, ਇਹਦੇ ਬਾਰੇ ਮੇਰਾ ਖਿਆਲ 'ਚ ਹਜੇ ਗਵਰਨਮੈਂਟ ਇੰਨੀ ਚਿੰਤਤ ਨਹੀਂ ਹੋਈ ਜਿੰਨੇ ਅਸੀਂ ਚਿੰਤਤ ਆ। ਜੀ, ਤੇ ਤੁਸੀਂ ਇਸ ਮਾਮਲੇ ਦੇ ਵਿੱਚ ਹੁਣ ਤੁਹਾਨੂੰ ਕੋਈ ਕਾਲਸ ਆ ਜਾਂਦੀਆਂ ਨੇ ਤੇ ਹਾਊ ਯੂ ਆਰ ਹੈਲਪਿੰਗ ਪੀਪਲ ਵੀ ਕੀ ਤੁਸੀਂ ਪਰਸਨਲ ਮੀਟਿੰਗ ਕਰਨੀਆਂ ਬੜੀਆਂ ਮੁਸ਼ਕਲ ਹੋਣਗੀਆਂ, ਕੀ ਤੁਸੀਂ ਆਨਲਾਈਨ ਕਰਦੇ ਹੋ ਜਾਂ ਹਾਂਜੀ ਪਰਸਨਲ ਮੀਟਿੰਗਸ ਵੀ ਕਰਦੇ ਹੋ ਤੁਸੀਂ ਕੋਈ? ਨਹੀਂ, ਬਿਲਕੁਲ ਪਰਸਨਲ ਮੀਟਿੰਗ ਸਾਨੂੰ ਬੰਦ ਕੀਤੀਆਂ ਹੋਈਆਂ ਗਵਰਨਮੈਂਟ ਵੱਲੋਂ। ਜਦ ਤੱਕ ਗਵਰਨਮੈਂਟ ਨਹੀਂ ਸਾਨੂੰ ਅਲਾਉ ਕਰਦੀ ਅਸੀਂ ਖੋਲ ਨਹੀਂ ਸਕਦੇ। ਸਾਡੀ ਜੀ। ਏਜੰਸੀ ਵੀ ਬੰਦ ਆ। ਅਸੀਂ ਸਾਰੇ ਆਪਣੇ ਸਟਾਫ ਨੂੰ, ਸਾਡੇ ਇਸ ਵਕਤ 71 ਫੁੱਲ ਟਾਈਮ ਸਟਾਫ ਆ। 71 ਸਟਾਫ ਸਾਡਾ ਆਪਣੇ ਘਰੋਂ ਕੰਮ ਕਰਦਾ। ਉਹਨਾਂ ਨੂੰ ਸਭ ਕੰਪਿਊਟਰ ਦਿੱਤੇ ਹੋਏ ਆ, ਸਿਸਟਮਸ ਉਹਨਾਂ ਦੇ ਸੈੱਟ ਆ, ਉਹ ਘਰੋਂ ਲੌਗਇਨ ਕਰਕੇ ਗੱਲਬਾਤ ਕਰ ਸਕਦੇ ਆ। ਸੋ ਸਾਰੀਆਂ ਤਕਰੀਬਨ ਸਰਵਿਸਿਜ਼ ਆ। ਕੁਝ ਸਰਵਿਸਿਜ਼ ਐਸੀਆਂ ਜਿਹੜੀਆਂ ਅਸੀਂ ਬੰਦ ਨਹੀਂ ਕਰ ਸਕਦੇ, ਜਿਵੇਂ ਬਜ਼ੁਰਗਾਂ ਨੂੰ ਖਾਣਾ ਦੇਣਾ ਐਵਰੀ ਡੇ। ਉਹ ਸਾਡੀ ਕਈ ਹੁਣ ਸਾਡੇ ਅਪਰੋਕਸੀਮੇਟਲੀ 200 ਮੀਲਸ ਐਵਰੀ ਡੇ ਅਸੀਂ ਡਿਲੀਵਰ ਕਰਦੇ ਹਾਂ ਬਜ਼ੁਰਗਾਂ ਨੂੰ। ਉਹ ਸਾਡਾ ਸਟਾਫ ਜਾਂਦਾ ਹੀ ਜਾਂਦਾ। ਉਹ ਜਿਹੜਾ ਤੁਸੀਂ ਡਿਲੀਵਰ ਕਰਦੇ ਹੋ, ਤੁਸੀਂ ਕੀ ਉਹ ਜਿਹੜੇ ਲੌਂਗ ਟਰਮ ਕੇਅਰ ਹੋਮਸ ਆ ਉਹਨਾਂ 'ਚ ਆ ਜਾਂ ਲੋਕਾਂ ਨੂੰ ਜਿਹੜੇ ਘਰੇ ਰਹਿ ਰਹੇ ਨੇ ਉਹਨਾਂ ਨੂੰ ਕਰ ਰਹੇ ਹੋ? ਜਿਹੜੇ ਘਰੇ ਰਹਿ ਰਹੇ ਆ ਜੀ। ਜਿਹੜੇ ਘਰੇ ਰਹਿ ਰਹੇ ਹੋ। ਕੀ ਉਹ ਮੀਲ ਆ, ਉਹਦਾ ਪ੍ਰੋਗਰਾਮ ਦਾ ਨਾਮ ਹੈਗਾ ਲੰਗਰ ਔਨ ਵੀਲਸ। ਹਾਂਜੀ। ਤੇ ਉਹ ਅਸੀਂ ਪ੍ਰੋਗਰਾਮਸ ਅਸੀਂ ਮਤਲਬ ਕਿ ਫ੍ਰੀ ਆਫ ਕਾਸਟ ਅਸੀਂ ਆਪਣੇ ਲੋਕਾਂ ਨੂੰ ਦਿੰਨੇ ਆ। ਖਾਸ ਕਰਕੇ ਬਜ਼ੁਰਗ ਜ਼ਿਆਦੇ ਆ ਇਹਦੇ 'ਚ, ਜਿਹੜੇ ਆਪਣੇ ਆਪ ਕੁੱਕ ਨਹੀਂ ਕਰ ਸਕਦੇ, ਇਕੱਲੇ ਰਹਿੰਦੇ ਆ, ਜਾਂ ਹਸਬੈਂਡ ਵਾਈਫ ਆ ਬੇਸਮੈਂਟ 'ਚ ਰਹਿੰਦੇ ਆ, ਤੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਹੋਇਆ ਤੇ ਉਹਨਾਂ ਦੀ ਅਸੀਂ ਕਰਦੇ ਆ ਬਕਾਇਦਾ। ਫਿਰ ਕੁਝ ਬਜ਼ੁਰਗ ਐਸੇ ਆ ਵੀਰ ਜੀ ਜਿਹੜੇ ਕਾਫੀ ਬਿਰਧ ਹੋ ਗਏ ਪਰ ਉਹ ਇਕੱਲੇ ਰਹਿੰਦੇ ਆ। ਉਹਨਾਂ ਨੂੰ ਨਿਭਾਉਣਾ ਸਾਡੀ ਜ਼ਿੰਮੇਵਾਰੀ ਆ, ਉਹਨਾਂ ਤੱਕ ਰੋਟੀ ਪਹੁੰਚਾਉਣੀ ਸਾਡੀ ਜ਼ਿੰਮੇਵਾਰੀ ਆ। ਜੇ ਉਹਨਾਂ ਦੀਆਂ ਕੋਈ ਮੈਡੀਕਲ ਅਪਾਇੰਟਮੈਂਟਸ ਹੁੰਦੀਆਂ ਉਹ ਵੀ ਅਸੀਂ ਦੇਖ ਰੇਖ ਕਰਦੇ ਆ ਉਹਨਾਂ ਦੀ। ਜਾਣੀ ਉਹ ਜਿਹੜਾ ਸਟਾਫ ਆ ਬਜ਼ੁਰਗਾਂ ਨਾਲ ਕੰਮ ਕਰਨਾ, ਜਿਹੜੀਆਂ ਬਹੁਤ ਜ਼ਿਆਦਾ ਜਾਣੀ ਜਿਨ੍ਹਾਂ ਦੇ ਬਿਨਾਂ ਜਾਣੀ ਉਹ ਫਿਰ ਜਾਂ ਤਾਂ ਬਿਮਾਰ ਹੋ ਕੇ ਹਸਪੀਟਲ ਜਾਣਗੇ ਤੇ ਜਾਂ ਹੋ ਸਕਦਾ ਉਹ ਬਹੁਤ ਹੀ ਜ਼ਿਆਦਾ ਬਿਮਾਰ ਹੋ ਜਾਣ। ਉਹ ਜਿਹੜੀਆਂ ਸਰਵਿਸਿਜ਼ ਆ ਉਹ ਅਸੀਂ ਫਿਰ ਪੂਰੀ ਪ੍ਰੋਟੈਕਟਿਵ ਇਕਵਿਪਮੈਂਟ ਪਾ ਕੇ, ਜਿਵੇਂ ਡਾਕਟਰਾਂ ਦੀ ਹੁੰਦੀ ਆ ਸ਼ੀਲਡ ਤੇ ਸਾਰਾ ਗਾਊਨ ਵਗੈਰਾ ਪਾ ਕੇ, ਉਸ ਤਰ੍ਹਾਂ ਅਸੀਂ ਜਾ ਕੇ ਫਿਰ ਉਹਨਾਂ ਨੂੰ ਨਵਾ ਕੇ ਆਉਂਦੇ ਆ। ਸਾਡਾ ਸਟਾਫ ਤੇ ਰੋਟੀ ਖਵਾ ਕੇ ਆਉਂਦਾ ਤੇ ਫਿਰ ਉਹਨਾਂ ਦੀਆਂ ਚੈੱਕ ਕਰਦੇ ਆ ਵੀ ਇਹਨਾਂ ਨੂੰ ਕੁਝ ਹੋਰ ਤਾਂ ਨਹੀਂ ਚਾਹੀਦਾ। ਉਹ ਸਾਡੀਆਂ ਸਰਵਿਸਿਜ਼ ਆ। ਬਾਕੀ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਸਰਵਿਸਿਜ਼ ਅਸੀਂ ਕੰਪਿਊਟਰ ਦੇ ਰਾਹੀਂ ਵਰਚੁਅਲ ਕਰਦੇ ਹਾਂ। ਤੇ ਅੱਜ ਕੱਲ ਵੈਕਸੀਨ ਦੀ ਕਈਆਂ ਨੂੰ, ਬਹੁਤਿਆਂ ਨੂੰ ਨਹੀਂ ਹੈਗੀ, ਪਰ ਸਟਿਲ ਜਿਨ੍ਹਾਂ ਨੂੰ ਹੈਗੀ ਆ ਬੜੀ ਹੈਗੀ ਆ, ਕਨਫਿਊਜ਼ਨ ਬੜੀ ਆ ਲਵਾਉਣਾ ਚਾਹੀਦਾ ਜਾਂ ਨਹੀਂ ਲਵਾਉਣਾ ਚਾਹੀਦਾ। ਇੱਕ ਤਾਂ ਜਿਹੜੀ ਖਾਸ ਕਰਕੇ WhatsApp ਯੂਨੀਵਰਸਿਟੀ ਆ ਜਿਹੜਾ ਉੱਤੇ ਸਾਰਾ ਸਮਾਨ ਆਉਂਦਾ ਹੈ, ਇਨਫੋਰਮੇਸ਼ਨ ਆਉਂਦੀ ਹੈ, ਕਈ ਵਾਰੀ ਬੜੀ ਕਨਫਿਊਜ਼ਿੰਗ ਇਨਫੋਰਮੇਸ਼ਨ ਹੈਗੀ ਆ, ਜਿਹਦਾ ਜੀ ਕਰਦਾ ਉਹ ਜੀ ਇਨਫੋਰਮੇਸ਼ਨ ਪਾ ਦਿੰਦਾ ਹੈ। ਤੁਸੀਂ ਉਹਦੇ ਬਾਰੇ ਕੋਈ ਸਲਾਹਾਂ ਦਿੰਦੇ ਹੋ ਕਿ ਵੈਕਸੀਨ ਲਵਾਉਣਾ ਚਾਹੀਦਾ ਜਾਂ ਨਹੀਂ ਲਵਾਉਣਾ ਚਾਹੀਦਾ, ਕੀ ਕਰਨਾ ਚਾਹੀਦਾ? ਜੀ, ਸਾਡੇ ਮਤਲਬ ਕਿ ਕਿਉਂਕਿ ਅਸੀਂ ਪ੍ਰੋਡੋਮੀਨੈਂਟਲੀ ਅਸੀਂ ਸਿਰਫ ਸਾਇੰਸ ਤੇ ਜਿਹੜੀ ਖਾਸ ਕਰਕੇ ਪਬਲਿਕ ਹੈਲਥ ਆ, ਕੈਨੇਡਾ ਦੀ ਪਬਲਿਕ ਹੈਲਥ ਦੀ ਹਦਾਇਤ ਸਾਨੂੰ ਆਉਂਦੀ ਆ, ਸਾਨੂੰ ਉਹ ਮੰਨਣੀ ਪੈਂਦੀ ਆ ਪਬਲਿਕ ਹੈਲਥ ਦੀ। ਸੋ ਸਾਡੇ ਮੈਡੀਕਲ ਆਫੀਸਰਸ ਦੇ ਨਾਲ ਸਿੱਧਾ ਕੰਟੈਕਟ ਆ। ਸੋ ਜਿਹੜੀਆਂ ਵੈਕਸੀਨਸ ਆ ਉਹ ਤਕਰੀਬਨ ਉਹਨਾਂ ਨੇ ਕੈਨੇਡਾ 'ਚ ਜਿਹੜੀਆਂ ਅਪਰੂਵ ਹੋਈਆਂ, ਅਸੀਂ ਉਸ ਦੇ ਬਾਰੇ ਹੀ ਦੱਸਦੇ ਹਾਂ ਆਪਣੇ ਲੋਕਾਂ ਨੂੰ। ਅਸੀਂ ਇਹ ਵੀ ਸੁਜੈਸਟ ਕਰਦੇ ਹਾਂ ਵੀ ਜੇ ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੀ ਲੋੜ ਆ, ਤੁਹਾਡੇ ਕੋਈ ਪਰਸਨਲ ਕੁਐਸਚਨਸ ਹੈਗੇ ਆ, ਉਹ ਜ਼ਰੂਰ ਆਪਣੇ ਡਾਕਟਰ ਦੇ ਨਾਲ ਫੋਨ ਤੇ ਗੱਲ ਕਰਨ ਤੇ ਤਾਂ ਕਿ ਉਹ ਲਵਾਉਣ। ਹੁਣ ਮਈ 29 ਨੂੰ ਆਪਾਂ ਸ਼ੈਰੀਡਨ ਕਾਲਜ 'ਚ ਕਲੀਨਿਕ ਲਗਾਉਣੀ ਆ। ਉੱਥੇ ਪੰਜਾਬੀ ਸਟਾਫ ਵੀ ਹੋਊਗਾ, ਪੰਜਾਬੀ ਨਰਸਿਸ ਵੀ ਹੋਣਗੀਆਂ ਉੱਥੇ ਤੁਹਾਨੂੰ ਅਗਰ ਤੁਹਾਡੇ ਕੋਲੇ ਤੁਸੀਂ ਫਰਜ਼ ਕਰ ਲਓ ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਆ ਜਾਂ ਕੋਈ ਬੰਦੇ ਕੋਲੇ ਆਪਣਾ ਉਹ ਲੀਗਲ ਨੀਗਾ ਹੈ ਨਾ, ਉਹ ਸਿਰਫ ਵੀਜ਼ਾ ਤੇ ਆ, ਵਿਜ਼ਟਰ ਵੀਜ਼ਾ ਤੇ ਆ, ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮਈ 29 ਨੂੰ ਸ਼ੈਰੀਡਨ ਕਾਲਜ ਆਪਣੇ ਬਰੈਂਪਟਨ ਕੈਂਪਸ ਦੇ ਵਿੱਚ ਆਪਣੀ ਬਹੁਤ ਵੱਡੀ ਕਲੀਨਿਕ ਚੱਲਣ ਲੱਗੀ ਆ ਔਰ ਕਾਫੀ ਦਿਨ ਰਹੂਗੀ। ਉੱਥੇ ਇਹ ਆਪਾਂ ਸੱਦਾ ਦਿੰਨੇ ਆ ਵੀ ਜਿਹੜੇ ਵੀ ਕੋਈ ਹੈਗੇ ਆ ਉੱਥੇ ਜਾ ਕੇ ਵੀ ਉਹ ਲਾਈਨ 'ਚ ਲੱਗ ਕੇ ਵੀ ਲੈ ਸਕਦੇ ਆ, ਉੱਥੇ ਅਪਾਇੰਟਮੈਂਟ ਵੀ ਬਣਾ ਸਕਦੇ ਆ। ਰੀਜਨ ਆਫ ਪੀਲ ਦੀ ਵੈਬਸਾਈਟ ਤੇ ਜਾ ਕੇ ਵੀ ਹੋ ਸਕਦੇ ਆ। ਇੱਕ ਮੈਂ ਟੈਲੀਫੋਨ ਨੰਬਰ ਵੀ ਦੇ ਦਿੰਨਾ, ਇਹਦੇ ਤੇ ਫੋਨ ਕਰਕੇ ਵੀ ਸਾਡੇ ਸਟਾਫ ਨਾਲ ਗੱਲ ਕਰਕੇ ਤੇ ਉਹ ਕਹਿ ਸਕਦੇ ਆ ਵੀ ਮੈਨੂੰ ਜਾਣੀ ਕੰਪਿਊਟਰ ਤੇ ਜਾ ਕੇ ਅਪਾਇੰਟਮੈਂਟ ਬੁੱਕ ਨਹੀਂ ਕਰਨੀ ਆਉਂਦੀ, ਪਰ ਮੇਰਾ ਨਾਂ ਆਹ, ਮੇਰੀ ਉਮਰ ਆਹ, ਪਲੀਜ਼ ਮੇਰਾ ਬੁੱਕ ਕਰ ਦਿਓ, ਤੇ ਅਸੀਂ ਉਹਨਾਂ ਦੀ ਅਪਾਇੰਟਮੈਂਟ ਉਹਨਾਂ ਦੇ ਬਿਹਾਫ ਤੇ ਵੀ ਬੁੱਕ ਕਰ ਸਕਦੇ ਆ। ਓਕੇ, ਦੈਟਸ ਗ੍ਰੇਟ। ਤੁਸੀਂ ਉਹ ਨੰਬਰ ਹੁਣ ਸ਼ੇਅਰ ਕਰੋਗੇ ਜਾਂ ਬਾਕੀ? ਹਾਂਜੀ, ਹੁਣ ਇੱਕ ਵਾਰੀ ਸ਼ੇਅਰ ਕਰ ਦੇਣਾ। ਹਾਂਜੀ, 416 ਹਾਂਜੀ 605 ਹਾਂਜੀ 6134
ਸੋ 4166056134 ਤੇ ਇਹ ਸਾਡਾ ਜਾਨੀ ਲਾਈਵ ਸਪੋਰਟ ਲਾਈਨ ਆ, ਜਿੱਥੇ ਆਪਣਾ ਕੋਈ ਨਾ ਕੋਈ ਸਟਾਫ ਆਨਸਰ ਕਰੂਗਾ 9 ਤੋਂ ਲੈ ਕੇ 6 ਵਜੇ ਤੱਕ। In case ਜੇ ਆਨਸਰ ਨਹੀਂ ਕਰਦਾ ਤਾਂ does this goes to the voicemail and you call them back or not? ਬਿਲਕੁਲ, ਤੁਸੀਂ ਵੌਇਸਮੇਲ ਤੇ ਉਹ ਆਪਣਾ ਨਾਂ ਤੇ ਟੈਲੀਫੋਨ ਨੰਬਰ ਛੱਡ ਦੇਣ ਤੇ ਫਿਰ ਜਿਹੜੇ ਸਾਡਾ ਸਟਾਫ ਆ ਉਹਨਾਂ ਨੂੰ ਵਾਪਸ ਕਾਲ ਕਰ ਲੂਗਾ। ਕਿਉਂਕਿ ਵੌਇਸਮੇਲ ਮੈਂ ਤਾਂ ਪੁੱਛੀ ਹੈ ਕਿ ਕਈ ਲੋਕ ਸਾਡੇ ਵੌਇਸਮੇਲ ਤੇ ਮੈਸੇਜ ਛੱਡਣ ਤੋਂ ਚੱਕਦੇ ਆ। ਹਾਂਜੀ, ਜਦੋਂ ਵੌਇਸਮੇਲ ਸ਼ੁਰੂ ਹੁੰਦੀ ਆ ਅਸੀਂ ਫੋਨ ਬੰਦ ਕਰ ਦਿੰਦੇ ਆ। ਹਾਂਜੀ ਜੀ, ਸਾਨੂੰ ਆਦਤ ਹੈ ਇਹ। ਫਿਰ ਮੈਂ ਕਿਹਾ ਵੀ ਜੇ ਤੁਸੀਂ ਵੌਇਸਮੇਲ ਤੇ ਮੈਸੇਜ ਕੋਈ ਛੱਡੇਗਾ ਤਾਂ ਤੁਸੀਂ ਕਾਲ ਬੈਕ ਕਰੋਗੇ। ਦੈਟਸ ਸੋ ਨਾਈਸ ਆਫ ਯੂ। ਆਪਾਂ ਟੀਨੇਜਰ ਦੀ ਤੁਸੀਂ ਮਾੜੀ ਗੱਲ ਕੀਤੀ ਸੀਗੀ ਕਿ ਟੀਨੇਜਰ ਸਾਹਮਣੇ ਬੜੇ ਔਖੇ ਆ। ਟੀਨੇਜਰ ਦੀ ਇੱਕ ਹੋਰ ਪ੍ਰੋਬਲਮ ਬੜੀ ਹੈਗੀ ਆ, ਖਾਸ ਕਰਕੇ ਲੈਟਸ ਸੇ ਟੀਨੇਜਰਸ ਨਹੀਂ, ਮੈਂ ਉਦੋਂ ਉੱਪਰ ਹੀ ਥੋੜਾ ਜਾ ਰਿਹਾ। ਖਾਸ ਕਰਕੇ ਜਿਹੜੇ ਇਸ ਵੇਲੇ ਯੂਨੀਵਰਸਿਟੀਜ਼ ਦੇ ਸਟੂਡੈਂਟਸ ਹੈਗੇ ਨੇ, ਚਾਹੇ ਉਹ ਇੱਥੋਂ ਦੇ ਨੇ ਚਾਹੇ ਉਹ ਇੰਡੀਆ ਚ ਆਏ ਹੋਏ ਨੇ, ਮੈਂ ਸਾਰੇ ਸਟੂਡੈਂਟਸ ਦੀ ਓਵਰਆਲ ਗੱਲ ਕਰਨ ਲੱਗਿਆ। ਸਮ ਆਰ because of the depression, staying home, of the basements ਰਹਿ ਰਹੇ ਆ, ਕਿੱਥੇ ਵੀ ਰਹਿ ਰਹੇ ਆ। some have ਜਿਹਨੂੰ ਕਹਿੰਦੇ easy way out kind of, ਸਮਝਦੇ ਉਹ ਹੈਗੇ ਨੇ, ਹਾਲਾਂਕਿ ਇਹ ਐਸਾ way out ਹੈ ਕਿ ਇਹ ਚੋਂ ਦਲਦਲ ਚੋਂ ਨਿਕਲਣਾ ਬੜਾ ਔਖਾ ਹੈ। ਡਰੱਗਸ ਵਾਲੇ ਪਾਸੇ ਨੂੰ ਖਿੱਚੇ ਜਾਂਦੇ ਨੇ। ਉਹਨਾਂ ਬਾਰੇ ਤੁਸੀਂ ਕੀ ਕਰਦੇ ਹੋ ਤੇ ਤੁਹਾਡੀ ਕੀ ਸਲਾਹ ਹੈਗੀ ਹੈ? ਜੇ ਕਿਸੇ ਨੂੰ ਕੋਈ ਪ੍ਰੋਬਲਮ ਇਹ ਹੈਗੀ ਆ ਤੇ ਉਹ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦਾ? ਉਹ ਇਸੇ ਨੰਬਰ ਤੇ ਵੀ ਕਾਲ ਕਰ ਸਕਦੇ ਆ। ਅਸੀਂ ਇਹ ਜਿਹੜਾ ਸਟਾਫ ਹੈਗਾ ਇਹ ਸਾਡੇ ਐਡਿਕਸ਼ਨ ਪ੍ਰੋਗਰਾਮ 'ਚ ਉਹਨਾਂ ਦੀ ਕਾਲ ਟ੍ਰਾਂਸਫਰ ਕਰ ਦੂਗਾ। ਸੋ ਸਾਡੇ ਕੋਲੇ 2 ਪ੍ਰੋਗਰਾਮ ਹੈਗੇ ਆ, ਇੱਕ ਜਾਨੀ ਸ਼ਰਾਬ ਦੇ ਰਿਲੇਟਡ ਆ, ਇੱਕ ਡਰੱਗਸ ਦੇ ਰਿਲੇਟਡ ਆ। ਦੋਨੇ ਵੱਖਰੇ ਵੱਖਰੇ ਆ? ਦੋਨੋਂ ਵੱਖਰੇ ਪ੍ਰੋਗਰਾਮਸ ਹੈਗੇ ਆ, ਕਿਉਂਕਿ ਟ੍ਰੀਟਮੈਂਟ ਵੀ ਵੱਖਰੀਆਂ ਵੱਖਰੀਆਂ। ਦੈਟਸ ਰਾਈਟ, ਹਾਂਜੀ। ਸੋ ਜਿਹੜੇ ਔਰ ਇਹਦੇ ਨਾਲ ਜਿਹੜੀਆਂ ਟ੍ਰੀਟਮੈਂਟਸ ਹੈਗੀਆਂ ਉਹ ਸਿਰਫ ਉਹਨਾਂ ਨੂੰ ਹੀ ਨਹੀਂ ਮਿਲਦੀ, ਪਰ ਜੇ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਕੋਈ ਹੈਲਪ ਚਾਹੀਦੀ ਆ ਉਹਨਾਂ ਨੂੰ ਵੀ ਮਿਲਦੀ ਆ। ਸੋ ਅਸੀਂ ਮਤਲਬ ਕਿ ਪੂਰੇ ਪਰਿਵਾਰ ਨੂੰ, ਕਿਉਂਕਿ ਸਾਡੇ ਹਿਸਾਬ ਦੇ ਨਾਲ ਜਦੋਂ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਇੱਕ ਵਿਅਕਤੀ ਨੂੰ ਨਸ਼ੇ ਦੀ ਮੁਸ਼ਕਲ ਹੋ ਜਾਂਦੀ ਆ ਤਾਂ ਉਹਦਾ ਅਸਰ ਪੂਰੇ ਪਰਿਵਾਰ ਤੇ ਪੈਂਦਾ। ਦੈਟਸ ਫॉर ਸ਼ੋਰ, ਹਾਂਜੀ ਬਿਲਕੁਲ। ਹਾਂਜੀ, ਸੋ ਇਹ ਕਹਿਣਾ ਵੀ ਅਸੀਂ ਸਿਰਫ ਉਸੇ ਬੰਦੇ ਨਾਲ ਹੀ ਕੰਮ ਕਰਾਂਗੇ ਜਿਹਨੂੰ ਨਸ਼ੇ ਦੀ ਪ੍ਰੋਬਲਮ ਆ, ਤੇ ਜਿਹੜੇ ਬਾਕੀ ਦੇ ਪਰਿਵਾਰਕ ਮੈਂਬਰਾਂ ਤੇ ਅਸਰ ਪੈ ਰਿਹਾ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਹੈਲਪ ਚਾਹੀਦੀ ਹੁੰਦੀ ਆ। ਕਈ ਵਾਰੀ ਉਹਨਾਂ ਨੂੰ ਜ਼ਿਆਦਾ ਚਾਹੀਦੀ ਹੁੰਦੀ ਆ, ਕਿਉਂਕਿ ਜਿਹੜਾ ਬੰਦਾ ਨਸ਼ੇ ਲੈਂਦਾ ਉਹ ਤਾਂ ਆਪਣਾ ਇੰਜੋਏ ਕਰੀ ਜਾਂਦਾ, ਉਹ ਤਾਂ ਮੰਨਦਾ ਹੀ ਨਹੀਂਗਾ ਵੀ ਮੈਨੂੰ ਕੋਈ ਪ੍ਰੋਬਲਮ ਆ, ਇਹ ਤਾਂ ਕਹਿੰਦਾ ਤੁਹਾਨੂੰ ਪ੍ਰੋਬਲਮ ਆ। ਸੋ ਇਸ ਕਰਕੇ ਅਸੀਂ ਕਈ ਵਾਰੀ ਪਰਿਵਾਰ ਤੋਂ ਸ਼ੁਰੂ ਕਰਦੇ ਹਾਂ, ਕਈ ਵਾਰੀ ਅਸੀਂ ਜਾਨੀ ਜਿਹੜੇ ਬੰਦੇ ਨੂੰ ਪ੍ਰੋਬਲਮ ਹੁੰਦੀ ਉਹਦੇ ਤੋਂ ਸ਼ੁਰੂ ਕਰਦੇ ਹਾਂ, ਪਰ ਹੈਲਪ ਅਵੇਲੇਬਲ ਹੈਗੀ ਆ ਔਰ ਅਸੀਂ ਮਤਲਬ ਕਿ ਇਹਨਾਂ ਨਾਲ ਡੀਲ ਕਰਦੇ ਹਾਂ, ਚਾਹੇ ਉਹ ਡਰੱਗ ਆ ਚਾਹੇ ਉਹ ਨਸ਼ਾ ਕਿਸੇ ਵੀ ਤਰੀਕੇ ਦਾ। ਹੁਣ ਅਸੀਂ ਗੈਂਬਲਿੰਗ ਵੀ ਸ਼ੁਰੂ ਕੀਤੀ ਆ, ਕਿਉਂਕਿ ਸਾਡੇ ਕੋਲੇ ਹੁਣ ਜਿਹੜੇ ਕਲਾਇੰਟਸ ਆ ਰਹੇ ਆ ਖਾਸ ਕਰਕੇ ਜਿਹੜੇ ਡਰੱਗ ਦੇ ਨਾਲ ਰਿਲੇਟਡ, ਉਹ ਕਈ ਵਾਰੀ ਕੀ ਕਰਦੇ ਆ ਕਿ ਉਹ ਉਹਨਾਂ ਦੇ ਕੋਲੇ ਪੈਸੇ ਮੁੱਕ ਜਾਂਦੇ ਆ, ਫਿਰ ਉਹ ਕਹਿੰਦੇ ਆ ਵੀ ਆ ਅਖੀਰਲੇ ਮੇਰੇ ਕੋਲੇ $20 ਰਹਿ ਗਏ, ਇਹ ਮੈਂ ਜਾ ਕੇ ਨਾ ਇਹਦੇ ਤੋਂ ਮੈਂ 100 ਬਣਾ ਲਾਂ। ਉਹ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਗੈਂਬਲਿੰਗ 'ਚ ਪੈ ਜਾਂਦੇ ਆ। ਫਿਰ ਇੱਕ ਤਾਂ ਪ੍ਰੋਬਲਮ ਪਹਿਲਾਂ ਹੀ ਵਿਚਾਰਿਆਂ ਨੂੰ ਹੁੰਦੀ ਆ ਨਸ਼ੇ ਦੀ, ਇੱਕ ਉਤੋਂ ਗੈਂਬਲਿੰਗ ਦੀ ਲਾ ਲਈ। ਸੋ ਉਸ ਕਰਕੇ ਹੁਣ ਅਸੀਂ ਗੈਂਬਲਿੰਗ ਦੀ ਵੀ ਕਾਉਂਸਲਿੰਗ ਸ਼ੁਰੂ ਕੀਤੀ ਆ ਤਾਂ ਕਿ ਇਹਦੀ ਵੀ ਮਤਲਬ ਕਿ ਲੋਕਾਂ ਨੂੰ ਜਾਗਰਤ ਕੀਤਾ ਜਾਵੇ ਤੇ ਇਹਦੇ ਨਾਲ ਵੀ ਡੀਲ ਕੀਤਾ ਜਾਵੇ। ਸੋ ਇਹ ਟੀਨੇਜਰਸ ਦੀ ਨਹੀਂ, ਇਹ ਤਕਰੀਬਨ 21 ਸਾਲ ਤੋਂ ਲੈ ਕੇ ਤੇ ਕੋਈ 45-46 ਸਾਲ ਤੱਕ ਇਹ ਪ੍ਰੋਬਲਮਸ ਰਹਿੰਦੀ ਆ। ਇਹ ਪ੍ਰੋਬਲਮ ਜਿਹੜੀ ਡਰੱਗ ਦੀ ਆ, ਮੇਰਾ ਖਿਆਲ 'ਚ ਜਿੰਨੀ ਮੁੰਡਿਆਂ 'ਚ ਆ ਉਨੀ ਕੁੜੀਆਂ 'ਚ ਆ। ਜਿਹੜੀ ਸ਼ਰਾਬ ਦੀ ਪ੍ਰੋਬਲਮ ਆ ਉਹ ਮੁੰਡਿਆਂ 'ਚ ਜ਼ਿਆਦਾ ਆ, ਕੁੜੀਆਂ 'ਚ ਘੱਟ ਆ। ਲੇਕਿਨ ਡਰੱਗ ਦੀ ਕੁੜੀਆਂ ਦੇ ਨਾਲ ਵੀ ਉਨੀ ਹੀ ਪ੍ਰੋਬਲਮ ਆ ਜਿੰਨੀ, ਕਿਉਂਕਿ ਜਿੰਨੇ ਮੁੰਡੇ ਮੈਰਵਾਨਾ ਸਮੋਕ ਕਰਦੇ ਉਹਨੇ ਕੁੜੀਆਂ ਸਮੋਕ ਕਰਦੀਆਂ, ਔਰ ਮੈਰਵਾਨਾ ਨੂੰ ਤਾਂ ਬੱਚੇ ਮੰਨਦੇ ਹੀ ਨਹੀਂ ਨਾ ਵੀ ਇਹ ਡਰੱਗ ਆ। ਉਹ ਤਾਂ ਕਹਿੰਦੇ ਵੀ ਜੇ ਲੀਗਲ ਆ ਤਾਂ ਫਿਰ ਤੁਸੀਂ ਇਹਦੇ ਬਾਰੇ ਸਾਡੇ ਨਾਲ ਗੱਲ ਨਹੀਂ ਕਰਨੀ। ਆ ਵੀ ਇੱਕ ਪ੍ਰੋਬਲਮ ਨਵੀਂ ਸ਼ੁਰੂ ਹੋਈ ਆਪਣੀ ਕਮਿਊਨਿਟੀ। ਉਹ ਕਹਿੰਦਾ ਵੀ ਤੁਸੀਂ ਕਿਉਂ ਗੱਲ ਕਰਦੇ ਹੋ ਜਦੋਂ ਲੀਗਲ ਆ? ਨਹੀਂ, ਹੁਣ ਜੇ ਫਿਰ ਗੱਲ ਤਾਂ ਉਹੀ ਆ ਜਾਂਦੀ ਹੈ, ਸ਼ਰਾਬ ਵੀ ਲੀਗਲ ਆ, ਸ਼ਰਾਬ ਨਾਲ ਵੀ ਲੋਕੀ ਤਾਂ ਮਰ ਰਹੀ ਹੈ। ਹਾਂ, ਐਗਜ਼ੈਕਟਲੀ। ਸੋ ਇਸ ਕਰਕੇ ਬਹੁਤ ਪ੍ਰੋਬਲਮੈਟਿਕ ਆ। ਲੇਕਿਨ ਆਪਣੀ ਕਮਿਊਨਿਟੀ ਥੋੜਾ ਜਿਹਾ ਜਾਨੀ ਮਾਡਰਨ ਤਰੀਕੇ ਨਾਲ ਵੀਰ ਜੀ ਗੱਲ ਸਮਝਣ ਤੋਂ ਬੜੀ ਝਿਜਕਦੀ ਆ। ਜਿਵੇਂ ਹੁਣ ਫਰਜ਼ ਕਰ ਲਓ, ਮੇਰੇ ਕੋਲੇ ਅਗਰ ਪੂਰਾ ਨੌਲੇਜ ਨਹੀਂਗਾ ਆਪਣੇ ਬੱਚੇ ਨੂੰ ਐਜੂਕੇਟ ਕਰਨ ਦਾ, ਪਹਿਲਾਂ ਮੈਨੂੰ ਚਾਹੀਦਾ ਕਿ ਮੈਂ ਇਹ ਸਿਰਫ ਅਗਰ ਮੇਰੇ ਕੋਲੇ ਇਹੀ ਮੈਂ ਕਹਿਣਾ ਵੀ ਇਹ ਡਰੱਗ ਨਾਲ ਤੈਨੂੰ ਖਰਾਬ ਹੋਊਗਾ, ਤੇਰਾ ਸਾਰਾ ਕੁਝ ਤਬਾਹ ਹੋ ਜਾਊਗਾ, ਇਹ ਇਨਫ ਇਨਫੋਰਮੇਸ਼ਨ ਨਹੀਂ ਗੀ ਇੱਕ ਬੱਚੇ ਵਾਸਤੇ।
ਟੀਨੇਜਰ ਤਾਂ ਕੱਢ ਕੇ ਗੂਗਲ ਤੋਂ ਆਪਾਂ ਨੂੰ ਰਿਸਰਚ ਰਿਪੋਰਟਸ ਰੱਖ ਦਿੰਦਾ ਮੂਹਰੇ ਵੀ ਆਹ ਦੇਖੋ ਇਹ ਇਹਦੇ ਫਾਇਦੇ ਕਿੰਨੇ ਆ। ਫਿਰ ਸਾਡਾ ਮਸਾਲਾ ਮੁੱਕ ਜਾਂਦਾ। ਫਿਰ ਬੱਚਾ ਕਹਿੰਦਾ ਵੀ ਤੁਸੀਂ ਕਿਉਂ ਮੈਨੂੰ ਬਾਦਰ ਕਰਦੇ ਰਹਿੰਦੇ ਹੋ। ਫਿਰ ਸਾਡਾ ਰਿਸ਼ਤਾ ਖਰਾਬ ਹੁੰਦਾ। ਸੋ ਇਸ ਕਰਕੇ ਮੇਰੇ ਖਿਆਲ 'ਚ ਪੇਰੈਂਟਸ ਨੂੰ ਜ਼ਿਆਦਾ ਐਜੂਕੇਸ਼ਨ ਦੀ ਲੋੜ ਆ ਬੱਚਿਆਂ ਨਾਲੋਂ, ਕਿਉਂਕਿ ਉਹ ਗੱਲ ਹੀ ਨਹੀਂ ਕਰ ਸਕਦੇ, ਉਹਨਾਂ ਕੋਲੇ ਮਸਾਲਾ ਹੀ ਨਹੀਂਗਾ ਗੱਲ ਕਰਨ ਦਾ। ਦੈਟਸ ਟਰੂ। ਹਾਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਕਿਉਂਕਿ ਸਾਡੀ ਨਾਲੇ ਐਜ਼ ਏ ਪੇਰੈਂਟ ਗੱਲ ਕਰਨ ਦੀ ਆਦਤ ਹੀ ਆ, ਸਾਨੂੰ ਰੋਹ ਮਾਰਨ ਦੀ ਆਦਤ ਹੈ ਵੀ ਜੋ ਮੈਂ ਕਹਿ ਰਿਹਾ ਉਹ ਠੀਕ ਹੈ ਤੇ ਤੁਸੀਂ ਐਕਸੈਪਟ ਕਰੋ, ਪਰ ਜੋ ਟੀਨੇਜਰ ਹੋ ਜਾਂਦੇ ਨੇ ਜਾਂ 20 22 25 ਸਾਲ ਦੇ ਬੱਚੇ ਹੋ ਜਾਂਦੇ ਨੇ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਤੇ ਫਿਰ ਤੁਸੀਂ ਦੈਨ ਯੂ ਕਮ ਇਨ। ਜੀ, ਮਤਲਬ ਕਿ ਫਿਰ ਅਸੀਂ ਜ਼ਿਆਦਾਤਰ ਮੇਰੀ ਜਾਣੀ ਪਰਸਨਲ ਫਿਲਾਸਫੀ ਇਹ ਆ ਕਿ ਬਜਾਏ ਇਸ ਤੇ ਕਿ ਮੈਂ ਕਿਸੇ ਮਾਪੇ ਨੂੰ ਇਹ ਕਹਾਂ ਕਿ ਤੁਸੀਂ ਮੇਰੇ ਕੋਲੇ 18 ਸਾਲ ਦਾ ਮੁੰਡਾ ਜਾਂ ਕੁੜੀ ਲਿਆਓ ਤੇ ਮੈਂ ਉਹਦੀ ਕਾਉਂਸਲਿੰਗ ਕਰਦਾ, ਮੈਂ ਉਹਨਾਂ ਨੂੰ ਇਹ ਰეკਮੈਂਡ ਕਰਦਾ ਵੀ ਤੁਸੀਂ ਮੇਰੇ ਤੋਂ ਕਾਉਂਸਲਿੰਗ ਲੈ ਲਓ, ਤੁਸੀਂ ਮੇਰੇ ਤੋਂ ਸਿੱਖ ਕੇ ਆਪਣੇ ਬੱਚੇ ਤੇ ਲਾਗੂ ਕਰੋ, ਕਿਉਂਕਿ ਕੱਲ ਨੂੰ ਇਹ ਨਾ ਹੋਵੇ ਕਿ ਤੁਹਾਡਾ ਬੱਚਾ ਇਹ ਸੋਚ ਲਵੇ ਕਿ ਮੇਰੇ ਮਾਪੇ ਤਾਂ ਬੁੱਧੂ ਆ, ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ, ਇਹ ਤਾਂ ਆਪ ਕਾਉਂਸਲਿੰਗ ਲਈ ਫਿਰਦੇ ਆ ਤੇ ਮੈਨੂੰ ਕੀ ਕਹਿਣਗੇ, ਤੇ ਉਹ ਸਗੋਂ ਕਈ ਵਾਰੀ ਪੁੱਠਾ ਵੀ ਪੈ ਜਾਂਦਾ ਇਹੋ ਜਿਹੇ ਬੱਚਿਆਂ ਤੇ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ, ਥੋੜੀ ਜਿਹੀ ਉਹਨਾਂ ਨੂੰ ਸਪੋਰਟ ਦਿੱਤੀ ਜਾਵੇ, ਉਹਨਾਂ ਦਾ ਕੌਨਫੀਡੈਂਸ ਬਿਲਡ ਕੀਤਾ ਜਾਵੇ, ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਗੁੱਸੇ ਨਹੀਂ ਹੋਣਾ, ਤੁਸੀਂ ਬੈਠ ਕੇ ਲੌਜੀਕਲ ਆਰਗੂਮੈਂਟ ਦਿਓ ਬੱਚੇ ਨੂੰ, ਤੇ ਥੋੜਾ ਜਿਹਾ ਆਪਣਾ ਜਿਹੜਾ ਲਾਈਫ ਸਟਾਈਲ ਆ ਉਹਨੂੰ ਚੇਂਜ ਕਰ ਲਓ। ਇੱਕ ਜੇ ਮਾਪਾ ਡਿਨਰ ਟੇਬਲ ਤੇ ਬੈਠ ਕੇ ਸੈੱਲ ਫੋਨ ਤੇ ਗੱਲ ਕਰ ਰਿਹਾ, ਆਪਾਂ ਆਪਣੇ ਬੱਚੇ ਨੂੰ ਕਿਵੇਂ ਰੋਕ ਲਾਂਗੇ ਵੀ ਤੂੰ ਯਾਰ ਬਾਹਲਾ ਹੀ ਫੋਨ ਤੇ ਲੱਗਿਆ ਪਿਆ। I agree with you 100%, yes. ਸੋ ਇਸ ਕਰਕੇ ਜੇ ਆਪਾਂ ਕਿਸੇ ਨੂੰ ਹਦਾਇਤ ਦਿੰਨੇ ਆ, ਉਹ ਤੁਹਾਨੂੰ ਚੇਤਾ ਹੋਣਾ ਵੀ ਆਪਣੇ ਛੋਟੇ ਹੁੰਦੇ ਆਪਾਂ ਨੂੰ ਦੱਸਦੇ ਸੀਗੇ ਆਪਣੇ ਮਾਪੇ ਵੀ ਕਿਸੇ ਸਾਧ ਕੋਲੇ ਇੱਕ ਜਨਾਨੀ ਆਪਣੇ ਬੱਚੇ ਨੂੰ ਲੈ ਕੇ ਗਈ ਵੀ ਇਹਨੂੰ ਕਹੋ ਇਹ ਗੁੜ ਬਹੁਤ ਖਾਂਦਾ, ਉਹ ਕਹਿੰਦਾ ਵੀ ਫੇਰ ਆਇਓ 2 ਕੁ ਦਿਨਾਂ ਬਾਅਦ, ਫੇਰ ਇੱਕ ਵਾਰੀ ਫੇਰ ਭੇਜਦਾ ਵੀ 4 ਕੁ ਦਿਨਾਂ ਬਾਅਦ ਆਇਓ, ਉਹ ਕਹਿੰਦਾ ਵੀ ਕਾਕਾ ਗੁੜ ਨਹੀਂ ਖਾਈਦਾ, ਉਹ ਕਹਿੰਦੀ ਬੇਬੇ ਕਹਿੰਦੀ ਵੀ ਤੁਸੀਂ ਪਹਿਲੇ ਦਿਨ ਹੀ ਕਿਉਂ ਨਹੀਂ ਦੱਸਤਾ, ਕਹਿੰਦਾ ਮੈਂ ਵੀ ਬਹੁਤ ਗੁੜ ਖਾਂਦਾ ਸੀ। ਦੇਖੋ ਕਿੰਨਾ ਵੱਡਾ ਸੁਨੇਹਾ। ਯੈਸ, ਸੋ ਉਹ ਹਿਸਾਬ ਨਾਲ ਮੈਂ ਕਈ ਵਾਰੀ ਸੋਚਦਾ ਕਿ ਮੈਂ ਅਕਸਰ ਇਹ ਪੁੱਛਦਾ ਜਦੋਂ ਮਾਪੇ ਕਹਿੰਦੇ ਆ ਵੀ ਅਸੀਂ ਟੀਵੀ ਬਹੁਤ ਦੇਖਦੇ ਆ, ਤੇ ਮੈਂ ਕਈ ਵਾਰੀ ਦੋਨੋਂ ਹਸਬੈਂਡ ਵਾਈਫ ਨੂੰ ਪੁੱਛਦਾ ਵੀ ਤੁਹਾਡਾ ਟੀਵੀ ਕਿਤੇ ਸਵੇਰੇ ਤਾਂ ਨਹੀਂ ਸ਼ੁਰੂ ਹੋ ਜਾਂਦਾ, ਪਹਿਲਾਂ ਤੁਸੀਂ ਪਾਠ ਸੁਣਦੇ ਹੋ, ਫਿਰ ਤੁਸੀਂ ਨਿਊਜ਼ ਸੁਣਦੇ ਹੋ, ਫਿਰ ਕੋਈ ਨਾ ਕੋਈ ਤੁਹਾਡਾ ਸ਼ੋਅ ਆ ਜਾਂਦਾ, ਤੇ ਜੇ ਫਿਰ ਕੁਝ ਹੋਰ ਆਦਾ ਤੁਸੀਂ ਕਹਿੰਦੇ ਚੱਲ ਕਾਹਨੂੰ ਬੰਦ ਕਰਨਾ, ਇਹਦੀ ਵੌਇਸ ਜੀ ਘੱਟ ਕਰ ਦੋ, ਉਹ ਟੀਵੀ ਜਿਉਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੀ ਜਾਂਦਾ ਹੈ ਨਾ। ਤੇ ਉਧਰੋਂ ਆਪਾਂ ਆਪਣੇ ਬੱਚੇ ਨੂੰ ਕਹਿੰਦੇ ਆ ਵੀ ਤੈਨੂੰ 1 ਘੰਟਾ ਹੋ ਗਿਆ ਤੂੰ ਯਾਰ ਲੱਗਿਆ ਪਿਆ, ਤਾਂ ਉਹ ਆਪਾਂ ਨੂੰ ਕਹਿ ਦਿੰਦਾ ਵੀ ਤੁਹਾਡਾ ਵੀ ਤਾਂ ਸਵੇਰ ਤੱਕ ਚੱਲੀ ਜਾਂਦਾ। ਸਹੀ ਗੱਲ ਹੈ। ਇਹ ਪ੍ਰੋਬਲਮ ਆ ਇਸ ਕੰਟਰੀ ਦੇ ਵਿੱਚ ਬਹੁਤ ਆ, ਕਿਉਂਕਿ ਇੰਡੀਆ ਦੇ ਵਿੱਚ ਆਪਾਂ ਜਦੋਂ ਜਿਹੜੀ ਉਮਰ 'ਚ ਆਪਾਂ ਨਹੀਂ ਸੀ ਆਪਣੇ ਮਾਪਿਆਂ ਦੇ ਮੂਹਰੇ ਬੋਲ ਸਕਦੇ, ਕਿਉਂਕਿ ਆਪਣੀ ਸਿੱਖਿਆ ਹਾਂਜੀ, ਲੇਕਿਨ ਇੱਥੋਂ ਦੇ ਬੱਚੇ ਤਾਂ ਬੋਲਦੇ ਆ ਨਾ ਆਪਣੇ ਮੂਹਰੇ, ਉਹ ਕਹਿੰਦੇ ਨੋ ਡੈਡ ਦਿਸ ਇਜ਼ ਨਾਟ ਰਾਈਟ, ਉਹ ਤਾਂ ਮਿੰਟ ਤੇ ਨਹੀਂ ਕਹਿ ਦਿੰਦੇ ਆਪਾਂ ਨੂੰ। ਸਹੀ ਗੱਲ ਹੈ। ਡੈਡ ਨੋ, ਮੇਰੀ 6 ਸਾਲ ਦੀ ਪੋਤੀ ਉਹ ਮੈਨੂੰ ਕਹਿ ਦਿੰਦੀ ਹੈ ਗ੍ਰੈਂਡਪਾ ਨੋ ਆਈ ਐਮ ਗੋਇੰਗ ਟੂ ਵਾਚ ਮਾਈ ਸ਼ੋ। ਮੋਟਾ ਸਾਹਿਬ ਜਿਹੜੀ ਤੁਸੀਂ ਹੈਲਪ ਕਰਦੇ ਹੋ ਇਹ ਕੀ ਇਹਦੀ ਕੋਈ ਕਾਸਟ ਵੀ? ਨਹੀਂ ਜੀ, ਬਿਲਕੁਲ ਫ੍ਰੀ ਆ, ਸਾਡੇ ਤਕਰੀਬਨ ਸਾਰੀਆਂ ਸਰਵਿਸਿਜ਼ ਸਾਡੀਆਂ ਫ੍ਰੀ ਆਫ ਕਾਸਟ ਆ, ਇਹਦੀ ਕੋਈ ਕਾਸਟ ਨਹੀਂ। ਇਸੇ ਕਰਕੇ ਅਸੀਂ ਆਪਣੀ ਕਮਿਊਨਿਟੀ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਪਲੀਜ਼ ਤੁਸੀਂ ਬੇਝਿਜਕ ਹੋ ਕੇ, ਇੱਕ ਤਾਂ ਸਾਰਾ ਕੁਝ ਗੁਪਤ ਆ, ਕੌਨਫੀਡੈਂਸ਼ੀਅਲ ਆ, ਬਿਲਕੁਲ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ। ਇੱਕ ਇਹ ਤੁਸੀਂ ਪਲੀਜ਼ ਜ਼ਰੂਰ ਫੋਨ ਕਰੋ, ਇਨਫੋਰਮੇਸ਼ਨ ਲਓ, ਡਿਸਾਈਡ ਕਰੋ ਵੀ ਇਹ ਇਨਫੋਰਮੇਸ਼ਨ ਜਿਹੜੀ ਮਿਲੀ ਹੈ ਇਹ ਮੇਰੇ ਲਈ ਫਾਇਦੇਮੰਦ ਆ ਕਿ ਨਹੀਂ, ਫਿਰ ਤੁਸੀਂ ਉਹਨੂੰ ਇੰਪਲੀਮੈਂਟ ਕਰੋ, ਕਿਉਂਕਿ ਆਪਣੀ ਜਦੋਂ ਸਾਰਾ ਕੁਝ ਫ੍ਰੀ ਹੈਗਾ, ਸਾਰੀ ਇਨਫੋਰਮੇਸ਼ਨ ਹੈਗੀ, ਆਪਾਂ ਕਿਉਂ ਨਹੀਂ ਆਪਣੀ ਲਾਈਫ ਕੈਨੇਡਾ ਦੇ ਵਿੱਚ ਬੈਟਰ ਕਰਦੇ। ਇਸੇ ਕਰਕੇ ਤਾਂ ਆਪਾਂ ਪੰਜਾਬ ਛੱਡ ਕੇ ਇੱਥੇ ਆਏ ਆ, ਨਹੀਂ ਤਾਂ ਕਾਹਨੂੰ ਛੱਡਣ ਦੀ ਲੋੜ ਸੀਗੀ ਆਪਾਂ ਨੂੰ, ਉੱਥੇ ਵੀ ਤਾਂ ਰੋਟੀ ਖਾਈ ਜਾਂਦੇ ਸੀ ਆਪਾਂ, ਇਹ ਤਾਂ ਹੈ ਨਹੀਂ ਕਿ ਆਪਾਂ ਭੁੱਖੇ ਮਰ ਰਹੇ ਸੀ ਉੱਥੇ। ਬਿਲਕੁਲ ਜੀ। ਤੇ ਜੇ ਇੱਥੇ ਆਏ ਆ ਤਾਂ ਫਿਰ ਆਪਾਂ ਨੂੰ ਬੈਟਰ ਜ਼ਿੰਦਗੀ ਜਿਉਣੀ ਚਾਹੀਦੀ ਆ। ਮੋਟਾ ਸਾਹਿਬ ਇੱਕ ਮੇਰੇ ਹੁਣੇ ਮਨ 'ਚ ਗੱਲ ਆਈ ਆ ਕਿ ਠੀਕ ਹੈ ਤੁਸੀਂ ਹੈਲਪ ਕਰਦੇ ਹੋ ਲੋਕਾਂ ਦੀ, ਜੇ ਕੋਈ ਤੁਹਾਡੇ ਨਾਲ ਐਜ਼ ਏ ਵੋਲੰਟੀਅਰ ਜੁਆਇਨ ਕਰਨਾ ਚਾਹੁੰਦਾ, ਕੀ ਕੋਈ ਪ੍ਰੋਵੀਜ਼ਨ ਹੈ ਜਾਂ ਕੋਈ ਤੁਹਾਡੇ ਨਾਲ ਕੰਮ ਕਰ ਸਕਦਾ, ਕੋਈ ਇਸ ਤਰ੍ਹਾਂ ਦਾ ਢੰਗ ਹੈ? ਜਿਵੇਂ ਤੁਸੀਂ ਕਿਹਾ ਵੀ ਕਈਆਂ ਥਾਵਾਂ ਤੇ ਤੁਹਾਡੀਆਂ ਬ੍ਰਾਂਚਸ ਹੈਗੀਆਂ ਨੇ, ਸੋ ਯੂ ਮਸਟ ਨੀਡ ਅ ਮੈਨ ਪਾਵਰ ਐਜ਼ ਵੈਲ, ਸੋ ਹਾਊ ਯੂ ਡੂ ਇਟ ਐਂਡ ਹਾਊ ਸਮਵਨ ਕੈਨ ਜੁਆਇਨ ਇਟ? ਤੁਸੀਂ 2 ਤਰੀਕੇ ਨਾਲ ਸਾਡੇ ਆਰਗੇਨਾਈਜੇਸ਼ਨ 'ਚ ਜੁਆਇਨ ਕਰ ਸਕਦੇ ਹੋ। ਇੱਕ ਹੈਗੇ ਆ ਵੋਲੰਟੀਅਰ ਦੇ ਤੌਰ ਤੇ ਜੀ,
ਇੱਕ ਵੋਲੰਟੀਅਰ ਤੋਂ ਥੋੜਾ ਜਿਹਾ ਉਤਲਾ ਤਬਕਾ, ਉਹਨੂੰ ਅਸੀਂ ਕਹਿੰਦੇ ਆ ਪੀਅਰ ਸਪੋਰਟ। ਓਕੇ। ਪੀਅਰ ਸਪੋਰਟ ਦਾ ਮਤਲਬ ਹੈਗਾ ਕਿ ਅਸੀਂ ਕੋਈ ਨਵਾਂ ਬੰਦਾ ਇੰਡੀਆ ਤੋਂ ਆਇਆ ਹਾਂਜੀ ਔਰ ਪੀਅਰ ਸਪੋਰਟ ਆਲਰੇਡੀ ਇੱਥੇ 10-15 ਸਾਲਾਂ ਤੋਂ ਕੈਨੇਡਾ 'ਚ ਸੈੱਟ ਆ, ਜੀ ਅਸੀਂ ਉਹਨਾਂ ਦੋਨਾਂ ਨੂੰ ਇਕੱਠੇ ਕਰ ਦਿੰਦੇ ਆ। ਓਕੇ। ਅੱਛਾ, ਕਈ ਵਾਰੀ ਕੀ ਹੁੰਦਾ ਕਿ ਹੁਣ ਫਰਜ਼ ਕਰ ਲਓ ਮੇਰਾ ਬੱਚਾ ਮੈਨੂੰ 18ਵੇਂ ਸਾਲ 'ਚ ਬਹੁਤ ਜ਼ਿਆਦਾ ਤੰਗ ਕਰਦਾ ਸੀ, ਜੀ ਲੇਕਿਨ ਹੁਣ ਉਹ 40 ਸਾਲ ਦਾ ਹੋ ਕੇ ਸਹੀ ਹੋ ਗਿਆ। ਜੀ ਹੁਣ ਮੈਂ ਤੁਹਾਨੂੰ ਇੱਕ ਪੀਅਰ ਸਪੋਰਟ ਦੀ ਟ੍ਰੇਨਿੰਗ ਦੇ ਦਿੰਦਾ ਵੀ ਜੀ। ਜਦੋਂ ਨੈਕਸਟ ਟਾਈਮ ਕੋਈ ਪੇਰੈਂਟ ਆਇਆ ਜਿਹਦਾ 18 ਸਾਲ ਦਾ ਬੱਚਾ ਵਿਗੜਿਆ ਹੋਇਆ ਜਾਂ ਸ਼ਰਾਰਤਾਂ ਕਰਦਾ, ਤੁਸੀਂ ਉਹਨੂੰ ਗਾਈਡ ਕਰੋ ਵੀ ਮੈਂ ਆਪਣੇ ਬੱਚੇ ਨਾਲ ਆਹ ਕਰਕੇ ਇਹਨੂੰ ਸਿੱਧਾ ਕੀਤਾ ਸੀ, ਮੈਂ ਲੜਿਆ ਨਹੀਂ ਸੀ ਤੇ ਮੈਂ ਆਹ ਟੈਕਨੀਕਸ ਕੀਤੀਆਂ ਸੀ ਤੇ ਵੀ ਤੁਸੀਂ ਵੀ ਆ। ਇੱਕ ਉਹ ਸਾਡੀ ਸਪੋਰਟ ਆ, ਉਹਦੇ 'ਚ ਵੀ ਆਪਾਂ ਜਾਨੀ ਰਿਕਰੂਟ ਕਰਕੇ ਟ੍ਰੇਨਿੰਗ ਦਿੰਦੇ ਆ ਤੇ ਅਸੀਂ ਵੋਲੰਟੀਅਰ ਦੀ ਵੀ ਟ੍ਰੇਨਿੰਗ ਦਿੰਦੇ ਆ। ਸੋ ਦੋ ਤਰੀਕੇ ਨਾਲ ਜਾਨੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਵਿੱਚ ਆਪਾਂ ਰਿਕਰੂਟ ਕਰਕੇ ਤੇ ਲੋਕਾਂ ਦੀ ਮਦਦ ਲਈ ਅਸੀਂ ਸਗੋਂ ਉਤਸ਼ਾਹਿਤ ਕਰਾਂਗੇ ਲੋਕਾਂ ਨੂੰ ਵੀ ਜੇ ਕਿਸੇ ਨੇ ਵੋਲੰਟੀਅਰ ਕਰਨਾ ਉਹ ਇਸ ਤਰੀਕੇ ਨਾਲ ਸਾਡੇ ਨਾਲ ਕਰ ਸਕਦਾ। ਤੇ ਉਹ ਜੇ ਤੁਹਾਨੂੰ ਕੰਟੈਕਟ ਕਰਨਾ ਚਾਹੁੰਦੇ ਤੇ ਫਿਰ ਉਹ ਨੰਬਰ ਜਿਹੜਾ ਆਪਾਂ ਪਹਿਲਾਂ ਦਿੱਤਾ ਉਹੀ ਹੈ ਜੀ, ਜਿਹੜਾ 41605? ਹਾਂ ਬਿਲਕੁਲ, 416056134 ਤੇ ਫੋਨ ਕਰਕੇ ਉਹਨਾਂ ਨੂੰ ਕਹਿ ਦਿਓ ਕਿ ਸਾਨੂੰ ਵੋਲੰਟੀਅਰ ਕੋਆਰਡੀਨੇਟਰ ਨਾਲ ਕਨੈਕਟ ਕਰਾ ਦਿਓ। ਦੈਟਸ ਵੈਰੀ ਗੁੱਡ। ਤੇ ਅਖੀਰ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਕੋਈ ਚੀਜ਼ ਹੋਰ ਇਨਫੋਰਮੇਸ਼ਨ ਰਹਿੰਦੀ ਹੈ ਤੁਸੀਂ ਜੋ ਸਾਨੂੰ ਦੱਸਣੀ ਚਾਹੋਗੇ ਜੀ? ਜੀ, ਆਖਿਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਤਾਂ ਨੰਬਰ 1 ਹੈ ਕਿ ਜਿਹੜੀ ਆਪਣੀ ਕੋਵਿਡ ਦੇ ਰਿਲੇਟਡ ਪੂਰੇ ਕੈਨੇਡਾ ਦੇ ਵਿੱਚ ਸੰਘਰਸ਼ ਹੋ ਰਿਹਾ ਉਸ ਨੂੰ ਪਲੀਜ਼ ਆਪਾਂ ਚੰਗੀ ਤਰ੍ਹਾਂ ਸਮਝੀਏ। ਜਿਹੜੇ ਆਪਣੀਆਂ ਮੈਡੀਕਲ ਸਾਇੰਸ ਅਤੇ ਮੈਡੀਕਲ ਜਿਹੜੇ ਡਾਕਟਰਸ ਆ ਐਡਵਾਈਸ ਦਿੰਦੇ ਆ, ਪਲੀਜ਼ ਉਹਨਾਂ ਨੂੰ ਤੁਸੀਂ ਫਾਲੋ ਕਰੋ, ਉਹਦੇ ਨਾਲ ਆਪਣਾ ਬਚਾਅ ਹੋ ਸਕਦਾ। ਤੇ ਤੀਸਰੇ, ਪਲੀਜ਼ ਆਪਣੇ ਅਪੀਲ ਦੇ ਵਿੱਚ ਮਈ 29 ਨੂੰ ਆਪਣੇ ਸ਼ੈਰੀਡਨ ਕਾਲਜ ਦੇ ਵਿੱਚ ਵੈਕਸੀਨੇਸ਼ਨ ਕਲੀਨਿਕ ਲੱਗ ਰਿਹਾ, ਮੋਸਟ ਲਾਈਕਲੀ ਫਾਈਜ਼ਰ ਜਾਨੀ ਵੈਕਸੀਨ ਹੋਣਗੇ ਉੱਥੇ। ਪਲੀਜ਼ ਤੁਸੀਂ ਉੱਥੇ ਜਾ ਕੇ ਵੀ ਲਾਈਨ 'ਚ ਲੱਗ ਕੇ ਵੀ ਤੁਸੀਂ ਵੈਕਸੀਨ ਲਵਾ ਸਕਦੇ ਹੋ। ਤੁਹਾਨੂੰ ਕਿਸੇ ਕਿਸਮ ਦੀ ਉੱਥੇ ਆਪਣੇ ਪਾਸਪੋਰਟ ਲਿਜਾਣ ਦੀ ਲੋੜ ਨਹੀਂ ਗੀ, ਤੁਸੀਂ ਸਿਰਫ ਇੰਨਾ ਦੱਸਣਾ ਕਿ ਏਜ ਮੇਰੀ ਕਿੰਨੀ ਆ। ਏਜ ਵਾਸਤੇ ਅਗਰ ਤੁਹਾਡੇ ਕੋਲ ਕੋਈ ਡਾਕੂਮੈਂਟ ਤਾਂ ਠੀਕ ਆ, ਨਹੀਂ ਤਾਂ ਫਿਰ ਉਹ ਤੁਹਾਡੀ ਉਂਝ ਡੇਟ ਆਫ ਬਰਥ ਮੰਨ ਲੈਣਗੇ ਜਿੰਨੀ ਤੁਸੀਂ ਲਿਖਾਓਗੇ। ਤੁਹਾਨੂੰ ਕੁਝ ਨਹੀਂ ਦੱਸਣ ਦੀ ਲੋੜ ਤੇ ਕੋਈ ਝਿਜਕ ਕਰਨ ਦੀ ਲੋੜ ਨਹੀਂ, ਕਿਸੇ ਕਿਸਮ ਦੀ ਵਰੀ ਕਰਨ ਦੀ ਲੋੜ ਨਹੀਂ। ਜਾ ਕੇ ਤੁਸੀਂ ਆਪਣਾ ਟੀਕਾ ਲਵਾ ਕੇ ਤੇ ਤੁਸੀਂ ਘਰ ਆ ਜਾਓ। ਪਰ ਮੋਟਾ ਜੀ ਉਹ 'ਚ ਇੱਕ ਹੋਰ ਗੱਲ ਮੇਰੇ ਜ਼ਿਹਨ 'ਚ ਹੁਣੇ ਆਈ ਆ ਕਿ ਉਹ ਇਹ ਫਸਟ ਡੋਜ਼ ਤਾਂ ਲਵਾ ਲੈਣਗੇ, ਕਿ ਉਹਨਾਂ ਕੋਲੇ ਕੋਈ ਐਸਾ ਇਨਫੋਰਮੇਸ਼ਨ ਤਾਂ ਚਾਹੀਦੀ ਹੈ ਜਿੱਤੇ ਕਿ ਬਾਅਦ 'ਚ ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕੇ ਫॉर द ਸੈਕੰਡ ਡੋਜ਼? ਸੋ ਦੇ ਸ਼ੁਡ ਹੈਵ ਸਮ ਕਾਈਂਡ ਆਫ ਈਮੇਲ ਐਡਰੈਸ ਔਰ ਸਰਟਨ ਫੋਨ ਨੰਬਰ, ਉਹ ਇਸ ਰੈਡੀ ਹੋਣ ਇਸ ਗੱਲ ਨੂੰ ਸ਼ੇਅਰ ਕਰਨ ਵਾਸਤੇ। ਜੀ, ਇੱਕ ਤਾਂ ਇਹ ਹੈਗਾ ਕਿ ਉਸੇ ਟਾਈਮ ਤੇ ਜਿੱਦਣ ਪਹਿਲਾ ਟੀਕਾ ਲੱਗਦਾ ਤੁਹਾਨੂੰ ਉਹ ਪਰਚੀ ਤੇ ਤੁਹਾਨੂੰ ਸੈਕੰਡ ਡੋਜ਼ ਦੀ ਡੇਟ ਦੇ ਦਿੰਦੇ ਆ। ਠੀਕ ਹੈ ਜੀ। ਤੁਸੀਂ ਏਦਾਂ ਲਵਾ ਲਿਓ। ਹਾਂਜੀ ਇੱਕ ਤਾਂ ਇਹ ਆ। ਜੀ ਦੂਸਰਾ, ਅਗਰ ਤੁਹਾਡੇ ਕੋਲ ਈਮੇਲ ਹੈਗੀ ਆ ਜਾਂ ਫੋਨ ਨੰਬਰ ਤੁਸੀਂ ਉਹਨਾਂ ਨੂੰ ਦੇ ਦੋਗੇ ਤੇ ਉਹ ਤੁਹਾਨੂੰ ਕੰਟੈਕਟ ਕਰਕੇ ਤੁਹਾਨੂੰ ਮੈਸੇਜ ਭੇਜ ਦੇਣਗੇ ਵੀ ਤੁਹਾਡੀ ਨੈਕਸਟ ਡੇਟ ਇੰਨੀ ਆ। ਸੋ ਅਗਰ ਫੋਨ ਤਾਂ ਤਕਰੀਬਨ ਸਾਰਿਆਂ ਕੋਲੇ ਹੀ ਹੁੰਦਾ, ਸੋ ਫੋਨ ਦੇ ਥਰੂ ਵੀ ਤੁਸੀਂ ਕਰ ਸਕਦੇ ਹੋ। ਅਗਰ ਨਹੀਂਗਾ ਤੇ ਜਿਹੜੇ ਸਾਡੇ ਉੱਥੇ ਵੋਲੰਟੀਅਰ ਹੋਣਗੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਮੇਰੇ ਕੋਲੇ ਫੋਨ ਵੀ ਹੈ ਨਹੀਂ, ਮੇਰੇ ਕੋਲੇ ਈਮੇਲ ਵੀ ਹੈ ਨਹੀਂ ਤੇ ਮੈਨੂੰ ਹੁਣ ਸੈਕੰਡ ਡੋਜ਼ ਦਾ ਦੱਸੋ ਮੈਂ ਕਿਵੇਂ ਕਰਾਂ, ਤੇ ਉਹ ਤੁਹਾਡੀ ਇਹ ਪ੍ਰੋਬਲਮ ਸੋਲਵ ਕਰਨਗੇ। ਦੈਟਸ ਗ੍ਰੇਟ, ਸੋ ਨਾਈਸ ਆਫ ਯੂ ਮੋਟਾ ਜੀ, ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਜੀ, ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਅਸੀਂ। ਸੋ ਨਾਈਸ ਆਫ ਯੂ। ਪ੍ਰਮਾਤਮਾ ਤੁਹਾਨੂੰ ਸਭ ਨੂੰ ਜੀ, ਸਾਰੀ ਆਰਗੇਨਾਈਜੇਸ਼ਨ ਨੂੰ ਸਭ ਨੂੰ ਤੰਦਰੁਸਤੀ ਦੇਵੇ ਤੇ ਹੋਰ ਚੜ੍ਹਦੀ ਕਲਾ ਚ ਲੈ ਕੇ ਜਾਵੇ। ਤੁਸੀਂ ਜਿਹੜੀਆਂ ਇਹ ਸੇਵਾਵਾਂ ਦੇ ਰਹੇ ਹੋ ਬੜੀਆਂ ਕਾਬਿਲ ਤਾਰੀਫ ਨੇ। ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।